ਹੈਲੋ ਸਟੂਡੈਂਟਸ, ਆਪਣਾ ਗੇਅਰ ਬਾਕਸ ਟੌਪਿਕ ਜਿਹੜਾ ਉਹ ਖਤਮ ਹੋ ਗਿਆ। ਨੈਕਸਟ ਅਸੀਂ ਟੌਪਿਕ ਸਟਾਰਟ ਕਰਾਂਗੇ ਡਰਾਈਵ ਲਾਈਨ। ਡਰਾਈਵ ਲਾਈਨ ਦੇ ਵਿੱਚ ਕੀ ਆਏਗਾ? ਇੰਜਨ ਨੇ ਪਾਵਰ ਪੈਦਾ ਕੀਤੀ, ਅੱਗੋਂ ਅਸੀਂ ਪਾਵਰ ਕਲੱਚ ਕੋਲ ਗਈ, ਕਲੱਚ ਨੂੰ ਸਟੱਡੀ ਕਰ ਲਿਆ। ਕਲੱਚ ਤੋਂ ਬਾਅਦ ਪਾਵਰ ਆਈ ਗੇਅਰ ਬਾਕਸ ਦੇ ਵਿੱਚ, ਅਸੀਂ ਗੇਅਰ ਬਾਕਸ ਨੂੰ ਸਟੱਡੀ ਕਰ ਲਿਆ। ਹੁਣ ਗੇਅਰ ਬਾਕਸ ਤੋਂ ਪਾਵਰ ਨਿਕਲ ਕੇ ਅੱਗੇ ਕਿੱਥੇ ਜਾ ਰਹੀ ਹੈ, ਅਸੀਂ ਉਹਦੇ ਬਾਰੇ ਸਟੱਡੀ ਕਰਦੇ ਹਾਂ। ਗੇਅਰ ਬਾਕਸ ਤੋਂ ਪਾਵਰ ਨਿਕਲ ਕੇ ਆ ਰਹੀ ਹੈ ਡਰਾਈਵ ਲਾਈਨ ਦੇ ਵਿੱਚ, ਸੋ ਅਸੀਂ ਡਰਾਈਵ ਲਾਈਨ ਬਾਰੇ ਸਟੱਡੀ ਕਰਦੇ ਹਾਂ। ਡਰਾਈਵ ਲਾਈਨ 'ਚੋਂ ਕੀ ਕਹਿੰਦੇ ਨੇ? ਡਰਾਈਵ ਲਾਈਨ ਅਸੀਂ ਕਿਹਨੂੰ ਕਹਿੰਦੇ ਹਾਂ, ਡਰਾਈਵ ਲਾਈਨ ਦੇ ਪਾਰਟਸ ਕਿਹੜੇ ਕਿਹੜੇ ਨੇ, ਉਹਨਾਂ ਦਾ ਕੰਮ ਕੀ ਕੀ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਡਰਾਈਵ ਲਾਈਨ ਇਨਕਲੂਡਸ ਆਲ ਦੀ ਕੰਪੋਨੈਂਟਸ ਵਿਚ ਟਰਾਂਸਮਿਟ ਪਾਵਰ ਫਰੋਮ ਟਰਾਂਸਮਿਸ਼ਨ ਅਪ ਟੂ ਵੀਲਸ। ਕਹਿੰਦੇ ਡਰਾਈਵ ਲਾਈਨ ਦੇ ਵਿੱਚ ਉਹ ਸਾਰੇ ਕੰਪੋਨੈਂਟਸ ਆਉਂਦੇ ਨੇ ਜਿਹੜੇ ਇੰਜਨ ਦੀ ਪਾਵਰ ਨੂੰ ਟਰਾਂਸਮਿਟ ਕਰਾਉਂਦੇ ਨੇ ਵੀਲਸ ਤੋਂ ਪਹਿਲਾਂ। ਜੇ ਅਸੀਂ ਵੀਲਸ ਨੂੰ ਬਾਹਰ ਕੱਢ ਦਈਏ, ਵੀਲ ਤੋਂ ਪਹਿਲੇ ਜਿਹੜੇ ਵੀ ਕੰਪੋਨੈਂਟ ਨੇ ਗੇਅਰ ਬਾਕਸ ਤੋਂ ਬਾਅਦ, ਉਹ ਸਾਰੇ ਡਰਾਈਵ ਲਾਈਨ ਦਾ ਪਾਰਟ ਨੇ। ਜਿੱਦਾਂ ਕਿ ਯੂਨੀਵਰਸਲ ਜੁਆਇੰਟ, ਪ੍ਰੋਪੈਲਰ ਸ਼ਾਫਟ, ਡਿਫਰੈਂਸ਼ੀਅਲ, ਰੀਅਰ ਐਕਸਲ। ਇਹ ਜਿਹੜੀਆਂ ਚਾਰ ਚੀਜ਼ਾਂ ਨੇ, ਇਹ ਚਾਰੋਂ ਚੀਜ਼ਾਂ ਨੇ ਡਰਾਈਵ ਲਾਈਨ ਦਾ ਪਾਰਟ। ਮਤਲਬ ਵੀਲ ਤੋਂ ਪਹਿਲੇ ਜਿਹੜੇ ਪਾਰਟ ਇੰਜਨ ਦੀ ਪਾਵਰ ਨੂੰ ਟਰਾਂਸਮਿਟ ਕਰਾਉਣ ਦੇ ਵਿੱਚ ਹੈਲਪ ਕਰਦੇ ਨੇ, ਗੇਅਰ ਬਾਕਸ ਤੋਂ ਬਾਅਦ ਲੱਗੇ ਨੇ ਅਤੇ ਵੀਲ ਤੋਂ ਪਹਿਲੇ ਲੱਗੇ ਨੇ, ਉਹ ਸਾਰੇ ਪਾਰਟਸ ਨੇ ਡਰਾਈਵ ਲਾਈਨ ਦਾ। ਦੀ ਮੇਨ ਕੰਪੋਨੈਂਟਸ ਆਰ ਪ੍ਰੋਪੈਲਰ ਸ਼ਾਫਟ। ਹੁਣ ਮੇਨ ਕੰਪੋਨੈਂਟਸ ਕਿਹੜੇ ਕਿਹੜੇ ਨੇ? ਸਭ ਤੋਂ ਪਹਿਲੇ ਉਹ ਕਹਿੰਦੇ ਪ੍ਰੋਪੈਲਰ ਸ਼ਾਫਟ, ਦੈਨ ਉਹ ਕਹਿੰਦੇ ਯੂਨੀਵਰਸਲ ਜੁਆਇੰਟ, ਦੈਨ ਉਹ ਕਹਿੰਦੇ ਡਿਫਰੈਂਸ਼ੀਅਲ, ਦੈਨ ਉਹ ਕਹਿੰਦੇ ਨੇ ਲਾਈਵ ਐਕਸਲ। ਚਾਰ ਚੀਜ਼ਾਂ ਦਾ ਨਾਮ ਲਿਆ ਉਹਨਾਂ ਨੇ, ਪ੍ਰੋਪੈਲਰ ਸ਼ਾਫਟ, ਯੂਨੀਵਰਸਲ ਜੁਆਇੰਟ, ਡਿਫਰੈਂਸ਼ੀਅਲ ਅਤੇ ਰੀਅਰ ਐਕਸਲ ਜਾਂ ਲਾਈਵ ਐਕਸਲ ਕਰ ਲਓ। ਦੀ ਪ੍ਰੋਪੈਲਰ ਸ਼ਾਫਟ plays the role of transmitting power to a long distance। ਪ੍ਰੋਪੈਲਰ ਸ਼ਾਫਟ ਕੀ ਕਰਦੀ ਹੈ? ਪ੍ਰੋਪੈਲਰ ਸ਼ਾਫਟ ਕਾਹਦਾ ਰੋਲ ਪਲੇ ਕਰਦੀ ਹੈ? ਵੀ ਪਾਵਰ ਨੂੰ ਅਸੀਂ ਕਿਸੇ ਲੌਂਗ ਡਿਸਟੈਂਸ 'ਤੇ ਟਰੈਵਲ ਕਰਾਉਣਾ ਹੈ, ਉਹਦੇ ਵਾਸਤੇ ਪ੍ਰੋਪੈਲਰ ਸ਼ਾਫਟ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪ੍ਰੋਪੈਲਰ ਸ਼ਾਫਟ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਪ੍ਰੋਪੈਲਰ ਸ਼ਾਫਟ ਨੇ ਕੀ ਕੀਤਾ? ਪਾਵਰ ਨੂੰ, ਜਿਹੜਾ ਇੰਜਨ ਅੱਗੇ ਪਿਆ ਸੀਗਾ, ਉਹਦੀ ਪਾਵਰ ਨਿਕਲ ਕੇ ਕਲੱਚ 'ਚ ਗਈ, ਕਲੱਚ ਤੋਂ ਬਾਅਦ ਗੇਅਰ ਬਾਕਸ 'ਚ ਗਈ, ਗੇਅਰ ਬਾਕਸ ਤੋਂ ਪਾਵਰ ਲੈ ਕੇ ਪਿੱਛੇ ਤੱਕ ਰੀਅਰ ਐਕਸਲ ਤੱਕ ਪਾਵਰ ਪਹੁੰਚਾਈ। ਉਹ ਕਿਹਦੀ ਹੈਲਪ ਦੇ ਨਾਲ ਗਈ? ਪ੍ਰੋਪੈਲਰ ਸ਼ਾਫਟ ਦੀ ਹੈਲਪ ਦੇ ਨਾਲ ਗਈ। ਠੀਕ ਹੈ, ਪ੍ਰੋਪੈਲਰ ਸ਼ਾਫਟ ਨੇ ਕਾਹਦੀ ਹੈਲਪ ਕੀਤੀ? ਪਾਵਰ ਨੂੰ ਟਰਾਂਸਮਿਟ ਕਰਨ ਦੀ। ਇਟ ਇਜ਼ ਅਟੈਚ ਟੂ ਦੀ ਟਰਾਂਸਮਿਸ਼ਨ ਆਊਟਪੁੱਟ ਸ਼ਾਫਟ ਬਾਏ ਦੀ ਯੂਨੀਵਰਸਲ ਜੁਆਇੰਟ। ਪ੍ਰੋਪੈਲਰ ਸ਼ਾਫਟ ਜੁੜੀ ਕਿਹਦੇ ਨਾਲ ਹੈ? ਪ੍ਰੋਪੈਲਰ ਸ਼ਾਫਟ ਜੁੜੀ ਹੈ ਟਰਾਂਸਮਿਸ਼ਨ ਦੀ ਆਊਟਪੁੱਟ ਦੇ ਨਾਲ, ਯਾਨੀ ਕਿ ਗੇਅਰ ਬਾਕਸ ਦੀ ਆਊਟਪੁੱਟ ਦੇ ਨਾਲ। ਗੇਅਰ ਬਾਕਸ ਦੇ ਵਿੱਚੋਂ ਜਿਹੜੀ ਆਊਟਪੁੱਟ ਨਿਕਲਦੀ ਪਈ ਹੈ, ਉਹਦੇ ਨਾਲ ਅਸੀਂ ਪ੍ਰੋਪੈਲਰ ਸ਼ਾਫਟ ਨੂੰ ਜੋੜਤਾ ਅਤੇ ਵਿੱਚ ਅਸੀਂ ਕੀ ਲਗਾਤਾ? ਵਿੱਚ ਅਸੀਂ ਲਗਾਤਾ ਯੂਨੀਵਰਸਲ ਜੁਆਇੰਟ। ਠੀਕ ਹੈ ਜੀ, ਇੰਨਾ ਕਲੀਅਰ ਹੈ ਵੀ ਪ੍ਰੋਪੈਲਰ ਸ਼ਾਫਟ ਜਿਹੜੀ ਹੈ ਉਹ ਗੇਅਰ ਬਾਕਸ ਦੇ ਨਾਲ ਜੁੜੀ ਹੈ, ਗੇਅਰ ਬਾਕਸ ਦੀ ਆਊਟਪੁੱਟ ਸ਼ਾਫਟ ਦੇ ਨਾਲ ਜੁੜੀ ਹੈ, ਬਟ ਵਿੱਚ ਉਹਦੇ ਕੀ ਲੱਗਾ ਹੋਇਆ ਹੈ? ਇੱਕ ਯੂਨੀਵਰਸਲ ਜੁਆਇੰਟ ਲੱਗਾ ਹੈ। ਡਿਫਰੈਂਸ਼ੀਅਲ ਮੇਨਲੀ ਪਲੇਸ ਦੀ ਰੋਲ ਆਫ ਟਰਾਂਸਮਿਟਿੰਗ ਪਾਵਰ ਐਟ ਰਾਈਟ ਐਂਗਲ ਟੂ ਪ੍ਰੋਪੈਲਰ ਸ਼ਾਫਟ। ਜਿਹੜਾ ਡਿਫਰੈਂਸ਼ੀਅਲ ਹੈ ਉਹ ਕੀ ਕਰਦਾ ਹੈ? ਉਹ ਕੀ ਰੋਲ ਪਲੇ ਕਰਦਾ ਹੈ ਵੀ ਜਿਹੜੀ ਪਾਵਰ ਆਈ ਉਹਨੂੰ ਰਾਈਟ ਐਂਗਲ 'ਤੇ ਕਿੱਦਾਂ ਟਰਾਂਸਮਿਟ ਕਰਨਾ ਹੈ। ਪ੍ਰੋਪੈਲਰ ਸ਼ਾਫਟ ਜਿਹੜੀ ਪਾਵਰ ਅੱਗੋਂ ਲੈ ਕੇ ਪਿੱਛੇ ਆਈ, ਉਸ ਪਾਵਰ ਨੂੰ ਉਹਨੇ ਐਕਸਲ ਨੂੰ ਦੇ ਦਿੱਤਾ। ਐਕਸਲ ਨੂੰ ਦੇਣ ਤੋਂ ਪਹਿਲਾਂ ਡਿਫਰੈਂਸ਼ੀਅਲ ਕੋਲ ਪਾਵਰ ਗਈ। ਡਿਫਰੈਂਸ਼ੀਅਲ ਦਾ ਕੰਮ ਕੀ ਸੀਗਾ? ਵੀ ਜਿਹੜੀ ਪਾਵਰ ਅੱਗੋਂ ਆਈ ਪਿੱਛੇ, ਉਹਨੂੰ 90 ਡਿਗਰੀ 'ਤੇ ਟਰਾਂਸਮਿਟ ਕਰਾਉਣਾ, ਉਹਨੂੰ ਦੋਨੋਂ ਡਾਇਰੈਕਸ਼ਨ 'ਚ ਇਕੁਅਲੀ ਟਰਾਂਸਮਿਟ ਕਰਾਉਣਾ। ਇਹ ਕੰਮ ਸੀਗਾ ਡਿਫਰੈਂਸ਼ੀਅਲ ਦਾ। The rear axles move the wheels in the desired direction by using another device called final drive। ਜਿਹੜਾ ਰੀਅਰ ਐਕਸਲ ਹੈ ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਵੀਲ ਨੂੰ ਡਿਜ਼ਾਇਰਡ ਡਾਇਰੈਕਸ਼ਨ ਦੇ ਵਿੱਚ ਟਰਨ ਕਰਾਉਣਾ ਬਾਈ ਯੂਜ਼ਿੰਗ ਅਨਦਰ ਡਿਵਾਈਸ ਕਾਲਡ ਫਾਈਨਲ ਡਰਾਈਵ। ਇੱਕ ਫਾਈਨਲ ਡਰਾਈਵ ਨਾਮ ਦਾ ਡਿਵਾਈਸ ਹੈ ਜਿਹਦੀ ਹੈਲਪ ਦੇ ਨਾਲ ਅਸੀਂ ਰੀਅਰ ਐਕਸਲ ਕੀ ਕਰਦੇ ਨੇ? ਪਾਵਰ ਨੂੰ ਇਕੁਅਲੀ ਟਰਾਂਸਮਿਟ ਕਰਾਉਣ ਦੇ ਵਿੱਚ ਹੈਲਪ ਕਰਦੇ ਨੇ। ਸੋ ਕੀ ਹੋ ਗਿਆ ਆਪਣਾ? ਡਰਾਈਵ ਲਾਈਨ ਕੀ ਹੋ ਗਈ? ਡਰਾਈਵ ਲਾਈਨ ਦੇ ਵਿੱਚ ਉਹ ਸਾਰੇ ਕੰਪੋਨੈਂਟਸ ਆ ਗਏ ਜਿਹੜੇ ਗੇਅਰ ਬਾਕਸ ਤੋਂ ਬਾਅਦ ਲੱਗੇ ਨੇ ਅਤੇ ਵੀਲਸ ਤੋਂ ਪਹਿਲੇ ਲੱਗੇ ਨੇ, ਅਤੇ ਪਾਵਰ ਨੂੰ, ਇੰਜਨ ਦੀ ਪਾਵਰ ਨੂੰ ਟਰਾਂਸਮਿਟ ਕਰਾਉਣ ਦੇ ਵਿੱਚ ਹੈਲਪ ਕਰਦੇ ਨੇ। ਇਹਦੇ ਕੰਪੋਨੈਂਟਸ ਕਿਹੜੇ ਕਿਹੜੇ ਆ ਗਏ? ਪ੍ਰੋਪੈਲਰ ਸ਼ਾਫਟ, ਯੂਨੀਵਰਸਲ ਜੁਆਇੰਟ, ਡਿਫਰੈਂਸ਼ੀਅਲ ਅਤੇ ਰੀਅਰ ਐਕਸਲ। ਪ੍ਰੋਪੈਲਰ ਸ਼ਾਫਟ ਦਾ ਕੰਮ ਕੀ ਹੈ? ਪਾਵਰ ਨੂੰ ਲੌਂਗ ਡਿਸਟੈਂਸ 'ਤੇ ਟਰੈਵਲ ਕਰਾਉਣਾ।
ਪ੍ਰੋਪੈਲਰ ਸ਼ਾਫਟ ਜੁੜੀ ਕਿਹਦੇ ਨਾਲ ਹੈ? ਗੇਅਰ ਬਾਕਸ ਦੀ ਆਊਟਪੁੱਟ ਸ਼ਾਫਟ ਨਾਲ ਜੁੜੀ ਹੈ। ਕਿਹਦੀ ਹੈਲਪ ਦੇ ਨਾਲ ਜੁੜੀ ਹੈ? ਯੂਨੀਵਰਸਲ ਜੁਆਇੰਟ ਦੀ ਹੈਲਪ ਦੇ ਨਾਲ ਜੁੜੀ ਹੈ। ਡਿਫਰੈਂਸ਼ੀਅਲ ਦਾ ਕੰਮ ਕੀ ਹੈ? ਡਿਫਰੈਂਸ਼ੀਅਲ ਦਾ ਕੰਮ ਹੈ ਪਾਵਰ ਨੂੰ ਰਾਈਟ ਐਂਗਲ 'ਤੇ ਟਰਾਂਸਮਿਟ ਕਰਾਉਣਾ, 90 ਡਿਗਰੀ 'ਤੇ ਟਰਾਂਸਮਿਟ ਕਰਾਉਣਾ। ਅਤੇ ਰੀਅਰ ਐਕਸਲ ਦਾ ਕੰਮ ਕੀ ਹੈ? ਵੀ ਅਸੀਂ ਜਿੱਧਰ ਮਰਜ਼ੀ ਚਾਹੀਏ ਪਾਵਰ ਨੂੰ ਟਰਾਂਸਮਿਟ ਕਰਾ ਸਕੀਏ। ਇਹ ਕੰਮ ਹੈ ਜੀ ਰੀਅਰ ਐਕਸਲ ਦਾ। ਨੈਕਸਟ ਉਹ ਗੱਲ ਕਰਦੇ ਨੇ ਯੂਨੀਵਰਸਲ ਜੁਆਇੰਟ ਦੀ, ਵੀ ਅਸੀਂ ਯੂਨੀਵਰਸਲ ਜੁਆਇੰਟ ਕਿਹਨੂੰ ਕਹਿੰਦੇ ਆ, ਯੂਨੀਵਰਸਲ ਜੁਆਇੰਟ ਦਾ ਕੰਮ ਕੀ ਹੈ। ਆਪਾਂ ਦੋ ਟੌਪਿਕ ਸਟੱਡੀ ਕਰਨੇ ਆ ਅੱਜ ਦੇ ਲੈਕਚਰ ਦੇ ਵਿੱਚ, ਇੱਕ ਯੂਨੀਵਰਸਲ ਜੁਆਇੰਟ ਅਤੇ ਦੂਜਾ ਪ੍ਰੋਪੈਲਰ ਸ਼ਾਫਟ। ਡਰਾਈਵ ਲਾਈਨ ਦਾ ਜਿੰਨਾ ਅਸੀਂ ਪੜ੍ਹਨਾ ਸੀਗਾ ਉਹ ਪੜ੍ਹ ਲਿਆ। ਹੁਣ ਅਸੀਂ ਯੂਨੀਵਰਸਲ ਜੁਆਇੰਟ ਅਤੇ ਪ੍ਰੋਪੈਲਰ ਸ਼ਾਫਟ ਬਾਰੇ ਗੱਲ ਕਰਦੇ ਹਾਂ। ਯੂਨੀਵਰਸਲ ਜੁਆਇੰਟ ਨੂੰ ਕੀ ਕਹਿੰਦੇ ਨੇ? ਦਿਸ ਜੁਆਇੰਟ ਇਜ਼ ਯੂਜ਼ਡ ਟੂ ਕਨੈਕਟ ਟੂ ਸ਼ਾਫਟ ਹੂਜ਼ ਐਕਸਿਸ ਆਰ ਇੰਕਲਾਈਨ ਟੂ ਈਚ ਅਦਰ। ਕਹਿੰਦੇ ਜਿਹੜਾ ਯੂਨੀਵਰਸਲ ਜੁਆਇੰਟ ਹੈ ਨਾ, ਇਸ ਜੁਆਇੰਟ ਨੂੰ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ? ਦੋ ਸ਼ਾਫਟ ਨੂੰ ਕਨੈਕਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਕੋਈ ਵੀ ਦੋ ਸ਼ਾਫਟ ਜਿਨ੍ਹਾਂ ਦੇ ਐਕਸਿਸ ਜਿਹੜੇ ਨੇ ਇੱਕ ਦੂਜੇ ਦੇ ਇੰਕਲਾਈਨ ਨੇ, ਮਤਲਬ ਕਿਸੇ ਐਂਗਲ 'ਤੇ ਨੇ, ਉਹਨਾਂ ਸ਼ਾਫਟ ਨੂੰ ਜੁਆਇਨ ਕਰਨ ਦੇ ਲਈ ਅਸੀਂ ਜਿਹੜੀ ਚੀਜ਼ ਯੂਜ਼ ਕਰਦੇ ਹਾਂ ਉਹਨੂੰ ਯੂਨੀਵਰਸਲ ਜੁਆਇੰਟ ਕਹਿੰਦੇ ਹਾਂ। ਦੀ ਜੁਆਇੰਟ ਯੂਜ਼ਡ ਟੂ ਕਨੈਕਟ ਟੂ ਸ਼ਾਫਟ ਹੂਜ਼ ਐਕਸਿਸ ਆਰ ਇੰਕਲਾਈਨਡ ਟੂ ਈਚ ਅਦਰ। ਵੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਐਂਗਲ ਹੈ। ਜਿੱਦਾਂ ਗੇਅਰ ਬਾਕਸ ਦੀ ਸ਼ਾਫਟ ਹੈ, ਗੇਅਰ ਬਾਕਸ ਦੀ ਪੋਜੀਸ਼ਨ ਜਿਹੜੀ ਹੈ ਉਹ ਥੋੜ੍ਹੀ ਉੱਪਰ ਹੈ, ਡਿਫਰੈਂਸ਼ੀਅਲ ਦੀ ਪੋਜੀਸ਼ਨ ਜਿਹੜੀ ਉਹ ਥੋੜ੍ਹੀ ਡਾਊਨ ਹੈ। ਵਿੱਚ ਪ੍ਰੋਪੈਲਰ ਸ਼ਾਫਟ ਆਏਗੀ, ਪ੍ਰੋਪੈਲਰ ਸ਼ਾਫਟ ਫਿਰ ਕੋਈ ਇੱਕ ਐਂਗਲ ਬਣਾਏਗੀ ਵਿਦ ਗੇਅਰ ਬਾਕਸ ਸ਼ਾਫਟ ਜਾਂ ਵਿਦ ਡਿਫਰੈਂਸ਼ੀਅਲ। ਉਸ ਐਂਗਲ ਨੂੰ ਉੱਥੇ ਅਕੋਮੋਡੇਟ ਕਰਨ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਯੂਨੀਵਰਸਲ ਜੁਆਇੰਟ। ਇਨ ਐਨ ਆਟੋਮੋਬਾਈਲ ਦੀ ਐਕਸਿਸ ਆਫ ਟਰਾਂਸਮਿਸ਼ਨ ਐਂਡ ਪ੍ਰੋਪੈਲਰ ਸ਼ਾਫਟ ਆਰ ਨੋਟ ਇਨ ਲਾਈਨ। ਕਹਿੰਦੇ ਜੇ ਆਪਾਂ ਗੱਡੀਆਂ ਦੀ ਗੱਲ ਕਰਦੇ ਹਾਂ ਨਾ, ਆਟੋਮੋਬਾਈਲ ਦੀ ਗੱਲ ਕਰਦੇ ਹਾਂ, ਅਤੇ ਉਹਦੇ ਵਿੱਚ ਕੀ ਹੈ ਵੀ ਜਿਹੜਾ ਟਰਾਂਸਮਿਸ਼ਨ ਸ਼ਾਫਟ ਹੈ, ਜਿਹੜੀ ਗੇਅਰ ਬਾਕਸ ਦੇ ਵਿੱਚੋਂ ਸ਼ਾਫਟ ਬਾਹਰ ਨਿਕਲਦੀ ਪਈ ਹੈ, ਉਹਦਾ ਐਕਸਿਸ, ਉਹਦਾ ਸੈਂਟਰ, ਅਤੇ ਜਿਹੜੀ ਪ੍ਰੋਪੈਲਰ ਸ਼ਾਫਟ ਹੈ ਉਹਦਾ ਸੈਂਟਰ, ਉਹ ਦੋਨੋਂ ਇੱਕੋ ਲਾਈਨ 'ਚ ਨਹੀਂ ਗਏ। ਠੀਕ ਹੈ, ਉਹ ਉੱਚੇ ਨੀਵੇਂ ਨੇ। ਉਹਨਾਂ ਦੇ ਵਿੱਚ ਜਿਹੜਾ ਐਂਗਲ ਹੈ ਉਹ 0 ਡਿਗਰੀ ਜਾਂ 180 ਡਿਗਰੀ ਨਹੀਂ ਗਾ, ਉਹ ਐਂਗਲ ਦੇ ਵਿੱਚ ਥੋੜ੍ਹਾ ਫਰਕ ਹੈ। ਦੈਟ ਇਜ਼ ਦੇ ਆਰ ਇੰਕਲਾਈਨ ਟੂ ਈਚ ਅਦਰ। ਯਾਨੀ ਕਿ ਜਿਹੜੀ ਗੇਅਰ ਬਾਕਸ ਦੀ ਆਊਟਪੁੱਟ ਸ਼ਾਫਟ ਹੈ ਅਤੇ ਜਿਹੜੀ ਪ੍ਰੋਪੈਲਰ ਸ਼ਾਫਟ ਹੈ, ਇਹ ਦੋਨੋਂ ਇੱਕ ਦੂਜੇ ਦੇ ਇੰਕਲਾਈਨਡ ਨੇ, ਦੋਨੋਂ ਇੱਕ ਦੂਜੇ ਦੇ ਕਿਸੇ ਐਂਗਲ 'ਤੇ ਨੇ। ਸੋ ਇਹ ਯੂਨੀਵਰਸਲ ਜੁਆਇੰਟ ਇਜ਼ ਯੂਜ਼ ਟੂ ਟਰਾਂਸਮਿਟ ਪਾਵਰ ਫਰੋਮ ਟਰਾਂਸਮਿਸ਼ਨ ਸ਼ਾਫਟ ਟੂ ਪ੍ਰੋਪੈਲਰ ਸ਼ਾਫਟ। ਇਸ ਕਰਕੇ ਸਾਨੂੰ ਨਾ ਯੂਨੀਵਰਸਲ ਜੁਆਇੰਟ ਦਾ ਇਸਤੇਮਾਲ ਕਰਨਾ ਪੈਂਦਾ ਹੈ ਤਾਂ ਜੋ ਜਿਹੜੀ ਟਰਾਂਸਮਿਸ਼ਨ ਸ਼ਾਫਟ ਹੈ, ਜਿਹੜੀ ਗੇਅਰ ਬਾਕਸ ਸ਼ਾਫਟ ਹੈ, ਉਹਦੀ ਜਿਹੜੀ ਪਾਵਰ ਹੈ ਉਹ ਪ੍ਰੋਪੈਲਰ ਸ਼ਾਫਟ ਤੱਕ ਪਹੁੰਚ ਜਾਵੇ। ਉਹਦੇ ਲਈ ਸਾਨੂੰ ਕਾਹਦਾ ਇਸਤੇਮਾਲ ਕਰਨਾ ਪਏਗਾ? ਉਹਦੇ ਲਈ ਸਾਨੂੰ ਇਸਤੇਮਾਲ ਕਰਨਾ ਪਏਗਾ ਯੂਨੀਵਰਸਲ ਜੁਆਇੰਟ ਦਾ। ਮੋਸਟ ਕਾਮਨਲੀ ਯੂਜ਼ਡ ਯੂਨੀਵਰਸਲ ਜੁਆਇੰਟ ਇਜ਼ ਹੁੱਕ ਜੁਆਇੰਟ। ਜਿਹੜਾ ਅਸੀਂ ਸਭ ਤੋਂ ਕਾਮਨਲੀ ਯੂਜ਼ਡ ਯੂਨੀਵਰਸਲ ਜੁਆਇੰਟ ਯੂਜ਼ ਕਰਦੇ ਹਾਂ ਉਹ ਹੈ ਜੀ ਹੁੱਕ ਜੁਆਇੰਟ। ਅਸੀਂ ਸਟੱਡੀ ਵੀ ਕਰ ਚੁੱਕੇ ਹਾਂ, ਤੁਸੀਂ ਡਰਾਇੰਗ ਦੇ ਵਿੱਚ ਸਟੱਡੀ ਕੀਤਾ ਹੋਏਗਾ, ਆਟੋਮੋਬਾਈਲ ਇੰਜੀਨੀਅਰਿੰਗ ਡਰਾਇੰਗ ਦੇ ਵਿੱਚ ਯੂਨੀਵਰਸਲ ਜੁਆਇੰਟ ਦੀ ਡਰਾਇੰਗ ਬਣਾਈ ਹੋਏਗੀ। ਤੁਹਾਨੂੰ ਉਦੋਂ ਸਮਝਾਇਆ ਵੀ ਸੀਗਾ ਯੂਨੀਵਰਸਲ ਜੁਆਇੰਟ ਕੀ ਹੈ। ਉਸੇ ਚੀਜ਼ ਬਾਰੇ ਆਪਾਂ ਹੁਣ ਸਟੱਡੀ ਕਰਦੇ ਪਏ ਹਾਂ। ਸਭ ਤੋਂ ਕਾਮਨ ਜਿਹੜਾ ਯੂਨੀਵਰਸਲ ਜੁਆਇੰਟ ਯੂਜ਼ ਹੁੰਦਾ ਪਿਆ ਉਹ ਹੈ ਜੀ ਹੁੱਕ ਜੁਆਇੰਟ। ਹੁਣ ਕਹਿੰਦੇ ਫੰਕਸ਼ਨ ਕੀ ਹੈ, ਨੀਡ ਕੀ ਹੈ, ਯੂਨੀਵਰਸਲ ਜੁਆਇੰਟ ਦਾ ਕੰਮ ਕੀ ਹੈ। ਮੋਸਟ ਆਫ ਦੀ ਵਹੀਕਲਸ, ਜੇ ਆਪਾਂ ਜ਼ਿਆਦਾਤਰ ਵਹੀਕਲਸ ਦੀ ਗੱਲ ਕਰਦੇ ਹਾਂ ਐਕਸਕਲੂਡਿੰਗ ਕਾਰਸ ਨੂੰ ਬਾਹਰ ਕੱਢ ਦਈਏ, ਕਾਰ ਨੂੰ ਛੱਡ ਦਈਏ, ਇਹਨਾਂ ਸਾਰਿਆਂ ਦੇ ਵਿੱਚ ਕੀ ਹੁੰਦਾ ਹੈ? ਰੀਅਰ ਵੀਲ ਡਰਾਈਵ ਯੂਜ਼ ਕੀਤੀ ਜਾਂਦੀ ਹੈ। ਸਾਰਿਆਂ ਦੇ ਵਿੱਚ ਰੀਅਰ ਵੀਲ ਡਰਾਈਵ ਯੂਜ਼ ਹੁੰਦੀ ਹੈ ਅਤੇ ਇੰਜਨ ਜਿਹੜਾ ਫਰੰਟ ਸਾਈਡ 'ਤੇ ਵੇ। ਬੱਸ ਦੀ ਗੱਲ ਕਰ ਦਿੰਦੇ ਹਾਂ, ਟਰੱਕ ਦੀ ਗੱਲ ਕਰ ਦਿੰਦੇ ਹਾਂ। ਠੀਕ ਹੈ, ਬੱਸ ਦੇ ਵਿੱਚ ਇੰਜਨ ਫਰੰਟ 'ਤੇ ਵੇ ਬਟ ਯੂਜ਼ ਅਸੀਂ ਰੀਅਰ ਵੀਲ ਡਰਾਈਵ ਕਰਦੇ ਪਏ ਹਾਂ। ਟਰੱਕ ਦੇ ਵਿੱਚ ਇੰਜਨ ਫਰੰਟ 'ਤੇ ਵੇ ਬਟ ਉਹਦੇ 'ਚ ਵੀ ਯੂਜ਼ ਆਪਾਂ ਰੀਅਰ ਵੀਲ ਡਰਾਈਵ ਕਰਦੇ ਪਏ ਹਾਂ। ਠੀਕ ਹੈ ਜੀ, ਇਹੀ ਆਪਾਂ ਦੇਖਦੇ ਪਏ ਹਾਂ ਬੱਸਾਂ ਦੇ ਵਿੱਚ ਵੀ, ਟਰੱਕਾਂ ਦੇ ਵਿੱਚ ਵੀ। ਸਿੰਸ ਦੇਅਰ ਇਜ਼ ਅ ਲੌਂਗ ਡਿਸਟੈਂਸ ਬਿਟਵੀਨ ਰੀਅਰ ਐਕਸਲ ਐਂਡ ਟਰਾਂਸਮਿਸ਼ਨ। ਕਹਿੰਦੇ ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ ਵੀ ਗੀਅਰ ਬਾਕਸ ਤੋਂ ਲੈ ਕੇ ਪਿੱਛੇ ਤੱਕ, ਡਿਫਰੈਂਸ਼ੀਅਲ ਤੱਕ, ਰੀਅਰ ਐਕਸਲ ਤੱਕ ਕਾਫੀ ਜ਼ਿਆਦਾ ਡਿਸਟੈਂਸ ਹੈ। ਜੇ ਆਪਾਂ ਬੱਸ ਦੀ ਗੱਲ ਕਰਦੇ ਹਾਂ, ਬੱਸ ਦੇ ਵਿੱਚ ਕੀ ਹੈ? ਬੱਸ ਦੇ ਵਿੱਚ ਇੰਜਨ ਅੱਗੇ ਪਿਆ, ਗੀਅਰ ਬਾਕਸ ਵੀ ਅੱਗੇ ਪਿਆ। ਜਿੱਥੇ ਡਰਾਈਵਰ ਬੈਠਦਾ, ਡਰਾਈਵਰ ਦੇ ਲੈਫਟ ਸਾਈਡ 'ਤੇ ਗੀਅਰ ਬਾਕਸ ਪਿਆ ਅਤੇ ਪਾਵਰ ਕਿੱਥੇ ਜਾਂਦੀ ਪਈ ਹੈ? ਰੀਅਰ ਵੀਲ 'ਤੇ। ਰੀਅਰ ਵੀਲ ਕਿੰਨੀ ਦੂਰ ਹੈ? ਰਾਹ ਦੇ ਵਿੱਚ ਦੇਖੋ 10-12 ਰੋਸ ਆਉਂਦੀਆਂ ਸੀਟ ਦੀਆਂ, ਉਹ 10-12 ਰੋਸ ਤੋਂ ਬਾਅਦ ਫਿਰ ਦੁਬਾਰਾ ਨੀਚੇ ਰੀਅਰ ਐਕਸਲ ਆਉਂਦਾ ਹੈ। ਇੰਨੀ ਦੂਰ ਰੀਅਰ ਐਕਸਲ ਜਿਹੜਾ ਹੈ ਉਹ ਲੋਕੇਟਿਡ ਹੈ। ਠੀਕ ਹੈ, ਇੰਨੀ ਦੂਰ ਪਾਵਰ ਪਹੁੰਚਾਉਣ ਦੇ ਲਈ ਜਿਹੜੀ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਪਿਆ ਉਹਨੂੰ ਅਸੀਂ ਪ੍ਰੋਪੈਲਰ ਸ਼ਾਫਟ ਕਹਿੰਦੇ ਹਾਂ। ਠੀਕ ਹੈ ਜੀ, ਕਹਿੰਦੇ ਜਿੰਨੀਆਂ ਵੀ ਵਹੀਕਲ ਨੇ ਆਪਾਂ ਦੇਖਦੇ ਹਾਂ ਅੱਜ ਦੀ ਲਾਈਫ ਦੇ ਵਿੱਚ, ਕਾਰਾਂ ਨੂੰ ਜੇ ਬਾਹਰ ਕੱਢ ਦਈਏ, ਉਹਨਾਂ ਦੇ ਵਿੱਚ ਰੀਅਰ ਵੀਲ ਡਰਾਈਵ ਯੂਜ਼ ਕਰਦੇ ਪਏ ਹਾਂ। ਰੀਅਰ ਵੀਲ ਡਰਾਈਵ ਦਾ ਮਤਲਬ ਕੀ ਹੈ? ਪਾਵਰ ਪਿੱਛੇ ਜਾਂਦੀ ਪਈ ਵੀਲਸ ਨੂੰ, ਇੰਜਨ ਅੱਗੇ ਪਿਆ।
ਸਿੰਸ देयर इज़ अ लॉन्ग डिस्टेंस बिटवीन ਰੀਅਰ ਐਕਸਲ ਐਂਡ ट्रांसमिशन ਕਹਿੰਦੇ ਜਿਹੜਾ ਡਿਸਟੈਂਸ ਹੈ ਰੀਅਰ ਐਕਸਲ ਦੇ ਵਿਚਕਾਰ ਤੇ ਗੀਅਰ ਬੌਕਸ ਦੇ ਵਿਚਕਾਰ ਉਹ ਕਾਫੀ ਜ਼ਿਆਦਾ ਹੈ। ਇਸ ਕਰਕੇ ਇੱਕ ਪ੍ਰੋਪੈਲਰ ਸ਼ਾਫਟ ਜਿਹੜੀ ਹੈ ਉਹ ਯੂਜ਼ ਕਰਦੇ ਪਏ ਹਾਂ ਪਾਵਰ ਨੂੰ ਟਰਾਂਸਮਿਟ ਕਰਾਉਣ ਦੇ ਲਈ ਇਹਨਾਂ ਦੇ ਵਿੱਚ। Also the height of transmission and rear axle is different from earth, and this height also vary as vehicle moves on the ground due to uneven surface and use of suspension। ਕਹਿੰਦੇ ਇਸ ਤੋਂ ਬਾਅਦ ਜੇ ਆਪਾਂ ਹਾਈਟ ਦੀ ਵੀ ਗੱਲ ਕਰਦੇ ਹਾਂ ਨਾ ਤੇ ਟਰਾਂਸਮਿਸ਼ਨ ਦੀ ਜਿਹੜੀ ਹਾਈਟ ਹੈ ਤੇ ਰੀਅਰ ਐਕਸਲ ਦੀ ਜਿਹੜੀ ਹਾਈਟ ਹੈ ਉਹ ਗਰਾਊਂਡ ਲੈਵਲ ਤੋਂ ਅਲੱਗ-ਅਲੱਗ ਹੈ। ਜੇ ਆਪਾਂ ਗਰਾਊਂਡ ਲੈਵਲ ਤੋਂ ਗੇਅਰ ਬਾਕਸ ਦੀ ਹਾਈਟ ਨਾਪੀਏ ਉਹ ਅਲੱਗ ਹੈ, ਜੇ ਅਸੀਂ ਗਰਾਊਂਡ ਲੈਵਲ ਤੋਂ ਰੀਅਰ ਐਕਸਲ ਦੀ ਹਾਈਟ ਨਾਪੀਏ ਉਹ ਅਲੱਗ ਹੈ। ਅਤੇ ਇਹ ਜਿਹੜੀ ਹਾਈਟ ਹੈ ਨਾ ਇਹ ਵੇਰੀ ਕਰਦੀ ਰਹਿੰਦੀ ਹੈ, ਘਟਦੀ ਵੱਧਦੀ ਰਹਿੰਦੀ ਹੈ। ਕਦੋਂ? ਜਦੋਂ ਕੋਈ ਵੀ ਵਹੀਕਲ ਗਰਾਊਂਡ 'ਤੇ ਚੱਲਦਾ ਅਤੇ ਗਰਾਊਂਡ ਕਿਹੜਾ ਜਿਹੜੀ ਆਪਾਂ ਸੜਕਾਂ 'ਤੇ ਚੱਲਦੇ ਹਾਂ, ਰੋਡਸ 'ਤੇ ਚੱਲਦੇ ਹਾਂ, ਉਹ ਰੋਡਸ ਇੰਨੀਆਂ ਵਧੀਆ ਨਹੀਂ ਹੈਗੀਆਂ ਵੀ ਇੱਕ ਤਰ੍ਹਾਂ ਈਵਨ ਨਹੀਂ ਹੈਗੀਆਂ, ਅਨਈਵਨ ਨੇ, ਕਿਤੋਂ ਉੱਪਰ ਹੈ ਸਰਫੇਸ, ਕਿਤੋਂ ਡਾਊਨ ਹੈ, ਕਿਤੇ ਪੱਥਰ ਹੈ, ਕਿਤੇ ਟੋਇਆ ਹੈ, ਠੀਕ ਹੈ। ਅਤੇ ਇਸ ਤੋਂ ਇਲਾਵਾ ਅਸੀਂ ਸਸਪੈਂਸ਼ਨ ਸਿਸਟਮ ਵੀ ਯੂਜ਼ ਕਰਦੇ ਪਏ ਹਾਂ। ਹੁਣ ਜਦੋਂ ਅਸੀਂ ਸਸਪੈਂਸ਼ਨ ਸਿਸਟਮ ਯੂਜ਼ ਕਰਦੇ ਪਏ ਹਾਂ, ਕਿਤੇ ਗੀਅਰ ਬਾਕਸ ਦੀ ਹਾਈਟ ਕੁਛ ਆਉਣੀ ਹੈ ਗਰਾਊਂਡ ਲੈਵਲ ਤੋਂ, ਕਿਤੇ ਡਿਫਰੈਂਸ਼ੀਅਲ ਦੀ ਹਾਈਟ ਕੁਛ ਆਉਣੀ ਹੈ, ਰੀਅਰ ਐਕਸਲ ਦੀ ਹਾਈਟ ਕੁਛ ਆਉਣੀ ਹੈ। ਸੋ ਇਹ ਜਿਹੜੀ ਹਾਈਟ ਹੈ ਨਾ ਗਰਾਊਂਡ ਲੈਵਲ ਤੋਂ ਰੀਅਰ ਐਕਸਲ ਦੀ ਅਤੇ ਗੀਅਰ ਬਾਕਸ ਦੀ ਇਹ ਵੇਰੀ ਕਰਦੀ ਰਹਿੰਦੀ ਹੈ। ਟੂ ਅਕੋਮੋਡੇਟ ਦਿਸ, ਇਸ ਚੀਜ਼ ਨੂੰ ਅਕੋਮੋਡੇਟ ਕਰਨ ਲਈ, ਇਸ ਐਂਗਲ ਨੂੰ ਅਕੋਮੋਡੇਟ ਕਰਨ ਲਈ, ਇਸ ਵੇਰੀਏਸ਼ਨ ਨੂੰ ਜਿਹੜੀ ਹਾਈਟ ਹੈ, ਵੇਰੀਏਸ਼ਨ ਹਾਈਟ ਹੈ, ਹਾਈਟ ਦੇ ਵਿੱਚ ਜਿਹੜੀ ਵੇਰੀਏਸ਼ਨ ਹੁੰਦੀ ਹੈ ਉਹਨੂੰ ਅਕੋਮੋਡੇਟ ਕਰਨ ਦੇ ਲਈ ਨਾ ਸਾਨੂੰ ਯੂਨੀਵਰਸਲ ਜੁਆਇੰਟ ਦਾ ਇਸਤੇਮਾਲ ਕਰਨਾ ਪੈਂਦਾ ਪਿਆ। ਇਸ ਕਰਕੇ ਆਪਾਂ ਯੂਨੀਵਰਸਲ ਜੁਆਇੰਟ ਨੂੰ ਜਿਹੜਾ ਯੂਜ਼ ਕਰਦੇ ਪਏ ਹਾਂ। ਦਸ ਇਹ ਯੂਨੀਵਰਸਲ ਜੁਆਇੰਟ ਪਰਫੋਰਮਸ ਦੀ ਫੋਲੋਇੰਗ ਫੰਕਸ਼ਨਸ। ਇਸ ਕਰਕੇ ਇੱਕ ਯੂਨੀਵਰਸਲ ਜੁਆਇੰਟ ਕੀ ਕਰਦਾ ਹੈ, ਦੋ ਤਰ੍ਹਾਂ ਦੇ ਫੰਕਸ਼ਨਸ ਪਰਫੋਰਮ ਕਰਦਾ ਹੈ। ਦੋ ਮੇਨ ਫੰਕਸ਼ਨਸ ਨੇ ਜਿਹੜੇ ਯੂਨੀਵਰਸਲ ਜੁਆਇੰਟ ਪਰਫੋਰਮ ਕਰਦਾ ਹੈ। ਨੰਬਰ 1, ਇਟ ਟਰਾਂਸਮਿਟ ਪਾਵਰ ਬਿਟਵੀਨ ਟੂ ਸ਼ਾਫਟ ਹੂਜ਼ ਐਕਸਿਸ ਆਰ ਇੰਕਲਾਈਨ ਟੂ ਈਚ ਅਦਰ। ਯੂਨੀਵਰਸਲ ਜੁਆਇੰਟ ਦਾ ਕੰਮ ਕੀ ਹੈ? ਕਿਸੇ ਵੀ ਦੋ ਸ਼ਾਫਟ ਦੇ ਵਿਚਕਾਰ ਪਾਵਰ ਟਰਾਂਸਮਿਟ ਕਰਾਉਣੀ ਜਿਨ੍ਹਾਂ ਦਾ ਐਕਸਿਸ ਜਿਹੜਾ ਹੈ ਸੇਮ ਨਹੀਂ ਹੈ, ਐਕਸਿਸ ਜਿਹੜਾ ਹੈ ਅਪ ਡਾਊਨ ਹੈ, ਉੱਪਰ ਨੀਚੇ ਵੇ, ਉਹਨਾਂ ਦੇ ਵਿਚਕਾਰ ਜੇਕਰ ਪਾਵਰ ਜਿਹੜੀ ਟਰਾਂਸਮਿਟ ਹੋਣੀ ਹੈ ਉਹ ਕਿਹਦੀ ਹੈਲਪ ਦੇ ਨਾਲ ਹੋਣੀ ਹੈ? ਉਹ ਹੋਣੀ ਹੈ ਯੂਨੀਵਰਸਲ ਜੁਆਇੰਟ ਦੀ ਹੈਲਪ ਦੇ ਨਾਲ। ਯੂਨੀਵਰਸਲ ਜੁਆਇੰਟ ਤੋਂ ਬਿਨਾਂ ਪਾਵਰ ਜਿਹੜੀ ਹੈ ਉਹ ਟਰਾਂਸਮਿਟ ਨਹੀਂ ਕਰਾਈ ਜਾ ਸਕਦੀ। ਨੰਬਰ 2, ਇਟ ਅਕੋਮੋਡੇਟਸ ਦੀ ਚੇਂਜ ਇਨ ਐਂਗਲ ਬਿਟਵੀਨ ਦੀ ਐਕਸਿਸ ਆਫ ਟੂ ਸ਼ਾਫਟਸ। ਜਿਹੜੀਆਂ ਅਸੀਂ ਦੋ ਸ਼ਾਫਟ ਯੂਜ਼ ਕਰਦੇ ਪਏ ਹਾਂ, ਇੱਕ ਗੀਅਰ ਬਾਕਸ ਦੀ ਆਊਟਪੁੱਟ ਸ਼ਾਫਟ, ਦੂਜੀ ਪ੍ਰੋਪੈਲਰ ਸ਼ਾਫਟ, ਉਹਨਾਂ ਦੇ ਵਿਚਕਾਰ ਜੇਕਰ ਕੋਈ ਐਂਗਲ ਦਾ ਡਿਫਰੈਂਸ ਹੈ ਉਸ ਐਂਗਲ ਦੇ ਚੇਂਜ ਨੂੰ ਅਕੋਮੋਡੇਟ ਕਿੱਦਾਂ ਕਰਨਾ ਹੈ? ਉਸ ਐਂਗਲ ਦੇ ਚੇਂਜ ਨੂੰ ਆਪਾਂ ਅਕੋਮੋਡੇਟ ਕਰਦੇ ਪਏ ਹਾਂ ਵਿਦ ਦੀ ਹੈਲਪ ਆਫ ਯੂਨੀਵਰਸਲ ਜੁਆਇੰਟ। ਯੂਨੀਵਰਸਲ ਜੁਆਇੰਟ ਤੋਂ ਬਿਨਾਂ ਅਸੀਂ ਐਂਗਲ ਨੂੰ ਅਤੇ ਹਾਈਟ ਨੂੰ ਅਕੋਮੋਡੇਟ ਨਹੀਂ ਕਰ ਸਕਦੇ। ਇਸ ਕਰਕੇ ਕਿਸੇ ਵੀ ਵਹੀਕਲ ਦੇ ਵਿੱਚ ਪ੍ਰੋਪੈਲਰ ਸ਼ਾਫਟ ਯੂਜ਼ ਕਰਦੇ ਪਏ ਹਾਂ ਅਤੇ ਸਾਨੂੰ ਉੱਥੇ ਯੂਨੀਵਰਸਲ ਜੁਆਇੰਟ ਦਾ ਇਸਤੇਮਾਲ ਕਰਨਾ ਜਿਹੜਾ ਹੈ ਉਹ ਜ਼ਰੂਰੀ ਹੈ। ਹੁਣ ਗੱਲ ਆ ਗਈ ਪ੍ਰੋਪੈਲਰ ਸ਼ਾਫਟ ਦੀ। ਡਰਾਈਵ ਲਾਈਨ ਬਾਰੇ ਆਪਾਂ ਪੜ੍ਹ ਲਿਆ, ਯੂਨੀਵਰਸਲ ਜੁਆਇੰਟ ਬਾਰੇ ਅਸੀਂ ਪੜ੍ਹ ਲਿਆ, ਹੁਣ ਆਪਾਂ ਪੜ੍ਹਦੇ ਹਾਂ ਪ੍ਰੋਪੈਲਰ ਸ਼ਾਫਟ ਬਾਰੇ। ਕਹਿੰਦੇ ਦਿਸ ਸ਼ਾਫਟ ਇਜ਼ ਯੂਜ਼ ਟੂ ਟਰਾਂਸਮਿਟ ਪਾਵਰ ਫਰੋਮ ਟਰਾਂਸਮਿਸ਼ਨ ਟੂ ਰੀਅਰ ਐਕਸਲ ਔਰ ਡਿਫਰੈਂਸ਼ੀਅਲ ਇਨ ਕੇਸ ਆਫ ਰੀਅਰ ਵੀਲ ਡਰਾਈਵ ਵਹੀਕਲਸ। ਕਹਿੰਦੇ ਜਿਹੜੀ ਪ੍ਰੋਪੈਲਰ ਸ਼ਾਫਟ ਹੈ ਨਾ, ਪਹਿਲੀ ਗੱਲ ਤਾਂ ਪ੍ਰੋਪੈਲਰ ਸ਼ਾਫਟ ਉਹਨਾਂ ਗੱਡੀਆਂ ਦੇ ਵਿੱਚ ਯੂਜ਼ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਰੀਅਰ ਵੀਲ ਡਰਾਈਵ ਹੈ, ਇੰਜਨ ਅੱਗੇ ਪਿਆ, ਪਾਵਰ ਪਿੱਛੇ ਭੇਜਣੀ ਹੈ, ਉਹਨਾਂ 'ਚ ਅਸੀਂ ਪ੍ਰੋਪੈਲਰ ਸ਼ਾਫਟ ਯੂਜ਼ ਕਰਾਂਗੇ। ਟਰਾਂਸਮਿਸ਼ਨ ਟੂ ਰੀਅਰ ਐਕਸਲ, ਜਿਹੜੇ ਰੀਅਰ ਐਕਸਲ ਹੈ ਜਾਂ ਪਿੱਛੇ ਡਿਫਰੈਂਸ਼ੀਅਲ ਹੈ ਉਹਦੇ ਤੱਕ ਪਾਵਰ ਪਹੁੰਚਾਉਣ ਦੇ ਲਈ ਅਸੀਂ ਪ੍ਰੋਪੈਲਰ ਸ਼ਾਫਟ ਦਾ ਇਸਤੇਮਾਲ ਕਰਦੇ ਹਾਂ। ਦਿਸ ਸ਼ਾਫਟ ਡਜ਼ ਨੋਟ ਰਿਮੇਨ ਐਟ ਫਿਕਸਡ ਪੋਜੀਸ਼ਨ। ਇਹ ਜਿਹੜੀ ਪ੍ਰੋਪੈਲਰ ਸ਼ਾਫਟ ਹੈ ਇਹ ਇੱਕ ਫਿਕਸ ਜਗ੍ਹਾ 'ਤੇ ਨਹੀਂ ਰਹਿੰਦੀ, ਇਹ ਆਪਣੀ ਜਗ੍ਹਾ ਨੂੰ ਚੇਂਜ ਕਰਦੀ ਰਹਿੰਦੀ ਹੈ। ਇਹਨੇ ਕਦੀ ਇਹਦੀ ਹਾਈਟ ਘੱਟ ਜਾਣੀ ਹੈ, ਕਦੀ ਇਹਦੀ ਹਾਈਟ ਵੱਧ ਜਾਣੀ ਹੈ ਗਰਾਊਂਡ ਲੈਵਲ ਤੋਂ, ਕਦੀ ਇਹਦੇ 'ਚ ਜਿਹੜਾ ਐਂਗਲ ਹੈ ਉਹ ਕਦੀ ਵੱਧ ਜਾਣਾ ਹੈ, ਕਦੀ ਉਹ ਐਂਗਲ ਘੱਟ ਜਾਣਾ ਹੈ। ਸੋ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਣੀ ਇੱਕ ਫਿਕਸ ਜਗ੍ਹਾ 'ਤੇ ਰਹੇਗੀ, ਇਹ ਆਪਣੀ ਪੋਜੀਸ਼ਨ ਨੂੰ ਚੇਂਜ ਕਰਦੀ ਰਹਿੰਦੀ ਹੈ। ਦੇਅਰ ਆਰ 2 ਰੀਜ਼ਨਸ ਫॉर ਦਿਸ। ਹੁਣ ਇਹਦੇ ਚੇਂਜ ਹੋਣ ਦੇ ਰੀਜ਼ਨ ਕੀ ਨੇ? 2 ਰੀਜ਼ਨ ਨੇ, ਦੋਨੋਂ ਅਲੱਗ-ਅਲੱਗ ਰੀਜ਼ਨ ਨੇ। 1, ਦੀ ਰੀਅਰ ਐਕਸਲ ਮੂਵਸ ਅਪ ਐਂਡ ਡਾਊਨ ਬਿਕੋਜ਼ ਆਫ ਅਨਈਵਨਨੈਸ ਆਫ ਰੋਡ। ਕਹਿੰਦੇ ਕਿਉਂਕਿ ਰੋਡ ਜਿਹੜੀ ਹੈ ਉਹ ਬਰਾਬਰ ਨਹੀਂ ਹੈ, ਰੋਡ ਅਨਈਵਨ ਹੈ, ਇਸ ਕਰਕੇ ਜਿਹੜਾ ਰੀਅਰ ਐਕਸਲ ਹੈ ਉਹ ਕਦੀ ਅਪ ਮੂਵ ਕਰਦਾ ਹੈ, ਕਦੀ ਡਾਊਨ ਮੂਵ ਕਰਦਾ ਹੈ। ਸੋ ਦੇਅਰ ਇਜ਼ ਅਪ ਐਂਡ ਡਾਊਨ ਮੂਵਮੈਂਟ ਆਫ ਦੀ ਸ਼ਾਫਟ। ਇਸ ਕਰਕੇ ਜਿਹੜੀ ਸ਼ਾਫਟ ਹੈ ਉਹਦੇ ਵਿੱਚ ਵੀ ਅਪ ਐਂਡ ਡਾਊਨ ਮੂਵਮੈਂਟ ਜਿਹੜੀ ਹੈ ਉਹ ਆਉਂਦੀ ਰਹਿੰਦੀ ਹੈ। ਜਦੋਂ ਅਪ ਐਂਡ ਡਾਊਨ ਮੂਵਮੈਂਟ ਸ਼ਾਫਟ ਦੇ ਵਿੱਚ ਆਉਂਦੀ ਨਾ, ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਅਪ ਐਂਡ ਡਾਊਨ ਮੂਵਮੈਂਟ ਦੇ ਨਾਲ ਉਹਦੇ ਵਿੱਚ ਸ਼ਾਫਟ ਦੇ ਵਿੱਚ, ਸ਼ਾਫਟ ਦੀ ਹਾਈਟ ਦੇ ਵਿੱਚ ਅਤੇ ਦੂਜੀ ਸਾਈਡ 'ਤੇ ਐਕਸਲ ਦੀ ਹਾਈਟ ਦੇ ਵਿੱਚ ਜਿਹੜਾ ਫਰਕ ਜਿਹੜਾ ਪੈਂਦਾ ਰਹਿੰਦਾ, ਉਸ ਇੱਕ ਡਿਫਰੈਂਸ ਜਿਹੜਾ ਹਾਈਟ ਦਾ ਉਹ ਰਹਿੰਦਾ। ਸੈਕਿੰਡਲੀ, ਹੁਣ ਦੂਜਾ ਰੀਜ਼ਨ ਕੀ ਹੈ? ਵਾਈਲ ਬ੍ਰੇਕਿੰਗ ਐਂਡ ਸਟਾਰਟਿੰਗ ਇਟ ਟੈਂਡਸ ਟੂ ਮੂਵ ਐਕਸਲੀ ਫੋਰਵਰਡ
and backward. For the first reason there is universal joint, but for second reason an arrangement has to be provided so that its axial movement can be adjusted. ਇਹਦੇ 'ਚੋਂ ਕੀ ਕਹਿੰਦੇ ਪਏ ਨੇ, ਪਹਿਲੀ ਰੀਜ਼ਨ ਜਿਹੜਾ ਸੀਗਾ ਜਿਹਦੇ 'ਚ ਹਾਈਟ ਚੇਂਜ ਹੁੰਦੀ ਪਈ ਸੀਗੀ, ਐਂਗਲ ਚੇਂਜ ਹੁੰਦਾ ਪਿਆ ਸੀਗਾ, ਕਹਿੰਦੇ ਉਹਦੇ ਵਾਸਤੇ ਤਾਂ ਆਪਾਂ ਯੂਨੀਵਰਸਲ ਜੁਆਇੰਟ ਲਗਾ ਦਿੱਤਾ। ਹੁਣ ਉਹ ਦੂਜੀ ਗੱਲ ਕੀ ਕਰਦੇ ਪਏ ਨੇ, ਕਹਿੰਦੇ ਆਪਾਂ ਜਦੋਂ ਬ੍ਰੇਕ ਮਾਰਨੀ ਹੈ, ਵਹੀਕਲ ਨੇ ਜਦੋਂ ਚੱਲਣਾ ਉਦੋਂ ਬ੍ਰੇਕ ਤੇ ਮਾਰਨੀ ਪੈਣੀ ਹੈ, ਜਾਂ ਆਪਾਂ ਜਦੋਂ ਵਹੀਕਲ ਨੂੰ ਸਟਾਰਟ ਕਰਨਾ ਹੈ ਉਦੋਂ ਕੀ ਹੋਣਾ ਹੈ, ਉਦੋਂ ਪ੍ਰੋਪੈਲਰ ਸ਼ਾਫਟ ਨੇ ਨਾ ਐਗਜ਼ਲੀ ਮੂਵ ਕਰਨਾ ਹੈ। ਐਗਜ਼ਲੀ ਮਤਲਬ ਆਪਣੇ ਐਕਸਿਸ ਦੇ ਅਲੋਂਗ ਮੂਵ ਕਰਨਾ ਹੈ। ਜਦੋਂ ਪ੍ਰੋਪੈਲਰ ਸ਼ਾਫਟ ਆਪਣੇ ਐਕਸਿਸ ਦੇ ਅਲੋਂਗ ਮੂਵ ਕਰੇਗੀ ਨਾ, ਉਹਦੇ ਵਾਸਤੇ ਕੀ ਕਰਨਾ ਪਏਗਾ, ਸਾਨੂੰ ਇੱਕ ਅਰੇਂਜਮੈਂਟ ਹੋਰ ਦੇਣਾ ਪਏਗਾ ਤਾਂ ਜੋ ਇਹਦੀ ਐਗਜ਼ੀਅਲ ਮੂਵਮੈਂਟ ਨੂੰ ਵੀ ਆਪਾਂ ਐਡਜਸਟ ਕਰ ਸਕੀਏ। ਐਗਜ਼ੀਅਲ ਮੂਵਮੈਂਟ ਦਾ ਮਤਲਬ ਕੀ ਹੈ, ਇਹ ਦੇਖੋ ਇਹ ਪ੍ਰੋਪੈਲਰ ਸ਼ਾਫਟ ਹੈ, ਠੀਕ ਹੈ, ਇੱਥੇ ਯੂਨੀਵਰਸਲ ਜੁਆਇੰਟ ਲੱਗਾ, ਇੱਥੇ ਵੀ ਯੂਨੀਵਰਸਲ ਜੁਆਇੰਟ ਲੱਗਾ। ਇਹ ਯੂਨੀਵਰਸਲ ਜੁਆਇੰਟ ਨੇ ਕੀ ਕੀਤਾ, ਹਾਈਟ ਨੂੰ ਤਾਂ ਐਡਜਸਟ ਕਰਾ ਦਿੱਤਾ, ਐਂਗਲ ਨੂੰ ਤਾਂ ਐਡਜਸਟ ਕਰਾ ਦਿੱਤਾ, ਬਟ ਜਦੋਂ ਆਪਣੇ ਵਹੀਕਲ ਨੇ ਚੱਲਣਾ ਜਾਂ ਬ੍ਰੇਕ ਲੱਗਣੀ ਹੈ ਉਦੋਂ ਕੀ ਹੋਣਾ, ਇਹ ਜਿਹੜੀ ਲੈਂਥ ਹੈ ਨਾ, ਇਹ ਲੈਂਥ ਨੇ ਵੀ ਵੇਰੀ ਕਰਨਾ ਹੈ, ਠੀਕ ਹੈ। ਲੈਂਥ ਜੇਕਰ ਵੇਰੀ ਨਹੀਂ ਕਰੇਗੀ ਤਾਂ ਪ੍ਰੋਪੈਲਰ ਸ਼ਾਫਟ ਜਿਹੜੀ ਹੈ ਉਹ ਸਾਡੀ ਖਰਾਬ ਹੋ ਸਕਦੀ ਹੈ, ਮੁੜ ਸਕਦੀ ਹੈ, ਟੁੱਟ ਸਕਦੀ ਹੈ। ਚਲੋ ਟੁੱਟਦੀ ਤਾਂ ਨਹੀਂ ਪ੍ਰੋਪੈਲਰ ਸ਼ਾਫਟ, ਪਰ ਮੁੜ ਸਕਦੀ ਹੈ, ਬੈਂਡ ਹੋ ਸਕਦੀ ਹੈ, ਠੀਕ ਹੈ। ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਖਿੱਚਣਾ ਸਟਾਰਟ ਕਰਦੇ ਹਾਂ ਉਹ ਚੀਜ਼ ਐਕਸਪੈਂਡ ਕਰਦੀ ਹੈ, ਜਦੋਂ ਅਸੀਂ ਬ੍ਰੇਕ ਮਾਰਦੇ ਹਾਂ ਉਹ ਚੀਜ਼ ਇਕੱਠੀ ਹੋ ਜਾਂਦੀ ਹੈ। ਇਹ ਜਿਹੜਾ ਸੈਂਟਰ 'ਚ ਪੋਰਸ਼ਨ ਲੱਗਾ ਨਾ, ਇਹਨੂੰ ਅਸੀਂ ਕਹਿੰਦੇ ਹਾਂ ਸਲਿੱਪ ਜੁਆਇੰਟ। ਇਹ ਪਾਰਟ ਨੂੰ ਇਹ ਕਿਉਂ ਲਗਾਇਆ ਗਿਆ ਵੀ ਜਦੋਂ ਆਪਾਂ ਬ੍ਰੇਕ ਲਗਾਈਏ ਤੇ ਇਹ ਚੀਜ਼ ਜਿਹੜੀ ਹੈ ਇਕੱਠੀ ਹੋ ਜਾਵੇ, ਠੀਕ ਹੈ। ਇਹ ਚੀਜ਼ ਜਿਹੜੀ ਹੈ ਇਹਦੇ ਅੰਦਰ ਐਂਟਰ ਕਰ ਜਾਵੇ, ਸ਼ਾਫਟ ਜਿਹੜੀ ਹੈ ਸਪਲਾਈਨਸ ਜਿਹੜੀਆਂ ਨੇ ਅੰਦਰ ਐਂਟਰ ਕਰ ਜਾਣ ਅਤੇ ਚੀਜ਼ ਇਕੱਠੀ ਹੋ ਜਾਵੇ। ਜਦੋਂ ਆਪਾਂ ਸਟਾਰਟ ਕਰੀਏ ਤਾਂ ਇਹ ਚੀਜ਼ ਜਿਹੜੀ ਹੈ ਖੁੱਲ੍ਹ ਜਾਵੇ, ਇਹ ਜਿਹੜੀ ਸੈਂਟਰ 'ਚ ਨਾ ਦਿਖਾਈਏ, ਇਹ ਚੀਜ਼ ਜਿਹੜੀ ਹੈ ਖੁੱਲ੍ਹ ਜਾਏ ਅਤੇ ਇਕੱਠੀ ਹੋ ਜਾਏ। ਉਹਦੇ ਵਾਸਤੇ ਆਪਾਂ ਸੈਂਟਰ ਦੇ ਵਿੱਚ ਇੱਕ ਚੀਜ਼ ਲਗਾਤੀ ਅਤੇ ਉਹਦਾ ਨਾਮ ਰੱਖਤਾ ਸਲਿੱਪ ਜੁਆਇੰਟ। ਇਹਨੂੰ ਅਸੀਂ ਸਲਿੱਪ ਜੁਆਇੰਟ ਕਹਿੰਦੇ ਹਾਂ। ਯੂਨੀਵਰਸਲ ਜੁਆਇੰਟ ਕੀ ਕਰਦਾ, ਹਾਈਟ ਨੂੰ ਅਤੇ ਐਂਗਲ ਨੂੰ ਅਕੋਮੋਡੇਟ ਕਰਦਾ, ਬਟ ਸਲਿੱਪ ਜੁਆਇੰਟ ਕੀ ਹੈ, ਉਹ ਐਕਸਿਸ ਦੇ ਅਲੋਂਗ, ਇਹ ਐਕਸਿਸ ਹੈ ਇਹਦਾ, ਐਕਸਿਸ ਦੇ ਅਲੋਂਗ ਜਿਹੜੀ ਮੂਵਮੈਂਟ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਸਲਿੱਪ ਜੁਆਇੰਟ ਲੱਗਾ। ਦਿਸ ਅਰੇਂਜਮੈਂਟ ਇਜ਼ ਕਾਲਡ ਸਲਿੱਪ ਜੁਆਇੰਟ। ਇਸ ਅਰੇਂਜਮੈਂਟ ਨੂੰ ਅਸੀਂ ਸਲਿੱਪ ਜੁਆਇੰਟ ਕਹਿੰਦੇ ਹਾਂ। ਸੋ ਇਹ ਪ੍ਰੋਪੈਲਰ ਸ਼ਾਫਟ ਇਜ਼ ਏ ਸਟੀਲ ਟਿਊਬ ਔਰ ਰੋਡ ਵਿਚ ਹੈਜ਼ ਸਲਿੱਪ ਜੁਆਇੰਟ। ਇਸ ਕਰਕੇ ਅਸੀਂ ਪ੍ਰੋਪੈਲਰ ਸ਼ਾਫਟ ਨੂੰ ਕੀ ਕਹਿੰਦੇ ਹਾਂ, ਪ੍ਰੋਪੈਲਰ ਸ਼ਾਫਟ ਇੱਕ ਸਟੀਲ ਦੀ ਟਿਊਬ ਹੈ ਜਾਂ ਇੱਕ ਰੋਡ ਹੈ ਜਿਹਦੇ ਵਿੱਚ ਸਲਿੱਪ ਜੁਆਇੰਟ ਲੱਗਾ, ਠੀਕ ਹੈ। ਉਹ ਸਲਿੱਪ ਜੁਆਇੰਟ ਦਾ ਕੰਮ ਕੀ ਹੈ, ਆਪਣੀ ਜਿਹੜੀ ਐਕਸਿਸ ਮੂਵਮੈਂਟ ਹੈ ਉਹਨੂੰ ਅਕੋਮੋਡੇਟ ਕਰਨਾ। ਇਨ ਦੀ ਸਲਿੱਪ ਜੁਆਇੰਟ ਪ੍ਰੋਪੈਲਰ ਸ਼ਾਫਟ ਹੈਜ਼ ਟੂ ਪਾਰਟਸ। ਜੇ ਅਸੀਂ ਸਲਿੱਪ ਜੁਆਇੰਟ ਦੀ ਗੱਲ ਕਰਦੇ ਹਾਂ, ਪ੍ਰੋਪੈਲਰ ਸ਼ਾਫਟ ਦੇ ਦੋ ਪਾਰਟਸ ਨੇ। ਇਨ ਦੀ ਸਲਿੱਪ ਜੁਆਇੰਟ ਪ੍ਰੋਪੈਲਰ ਸ਼ਾਫਟ ਹੈਜ਼ ਟੂ ਪਾਰਟਸ, ਵਨ ਇਜ਼ ਇੰਟਰਨਲੀ ਸਪਲਾਈਨਡ ਐਂਡ ਦੀ ਅਦਰ ਇਜ਼ ਐਕਸਟਰਨਲੀ। ਦੋ ਪਾਰਟਸ ਨੇ, ਇੱਕ ਉਹ ਪਾਰਟ ਹੈ ਜਿਹੜਾ ਇੰਟਰਨਲੀ ਸਪਲਾਈਨਡ ਹੈ, ਇੱਕ ਉਹ ਹੈ ਜਿਹੜਾ ਐਕਸਟਰਨਲੀ ਸਪਲਾਈਨਡ ਹੈ। ਇੱਧਰ ਵਾਲਾ ਜਿਹੜਾ ਪਾਰਟ ਹੈ, ਲੈਫਟ ਸਾਈਡ ਵਾਲਾ ਜਿਹੜਾ ਪਾਰਟ ਹੈ ਹੈਗਾ ਇੰਟਰਨਲੀ ਸਪਲਾਈਨਡ, ਇਹਦੇ ਅੰਦਰ ਸਪਲਾਈਨਸ ਨੇ, ਅਤੇ ਜਿਹੜਾ ਰਾਈਟ ਵਾਲਾ ਪਾਰਟ ਹੈ ਇਹ ਐਕਸਟਰਨਲੀ ਸਪਲਾਈਨਡ ਹੈ। ਇਹ ਤੁਹਾਨੂੰ ਨਜ਼ਰ ਆਉਂਦਾ ਹੀ ਪਿਆ ਦੇਖ ਕੇ, ਇਹ ਦੇਖੋ ਦੇਖ ਕੇ ਨਜ਼ਰ ਆਉਂਦਾ ਪਿਆ ਵੀ ਰਾਈਟ ਸਾਈਡ ਵਾਲਾ ਜਿਹੜਾ ਪਾਰਟ ਹੈ ਨਾ, ਇਹਦੇ ਸਪਲਾਈਨਸ ਜਿਹੜੀਆਂ ਨੇ ਬਾਹਰ ਨੇ, ਠੀਕ ਹੈ, ਇਹਦੇ ਸਪਲਾਈਨਸ ਜਿਹੜੀਆਂ ਨੇ ਉਹ ਅੰਦਰ ਨੇ। ਇਸ ਕਰਕੇ ਦੋ ਪਾਰਟਸ ਦੇ ਵਿੱਚ ਆਪਾਂ ਪ੍ਰੋਪੈਲਰ ਸ਼ਾਫਟ ਨੂੰ ਡਿਵਾਈਡ ਕਰਤਾ, ਇੱਕ ਇੰਟਰਨਲੀ ਸਪਲਾਈਨਡ, ਇੱਕ ਐਕਸਟਰਨਲੀ ਸਪਲਾਈਨਡ। ਦੀ ਸ਼ਾਫਟ ਕੈਨ ਸਲਿਪ ਐਗਜ਼ੈਕਟਲੀ ਔਨ ਦੀ ਸਪਲਾਈਨਸ। ਜਿਹੜੀ ਸ਼ਾਫਟ ਹੈ ਉਹ ਇਹਨਾਂ ਐਕਸਿਸ ਦੇ ਉੱਪਰ, ਇਹਨਾਂ ਸਪਲਾਈਨਸ ਦੇ ਉੱਤੇ ਐਗਜ਼ੈਕਟਲੀ ਮੂਵ ਕਰ ਸਕਦੀ ਹੈ, ਸਲਿਪ ਕਰ ਸਕਦੀ ਹੈ। ਵਨ ਔਰ ਬੋਥ ਐਂਡਸ ਆਫ ਦੀ ਪ੍ਰੋਪੈਲਰ ਸ਼ਾਫਟ ਆਰ ਜੁਆਇੰਟ ਵਿਦ ਯੂਨੀਵਰਸਲ ਜੁਆਇੰਟ। ਜਿਹੜੇ ਦੋਨੋਂ ਜੁਆਇੰਟਸ ਨੇ, ਦੋਨੋਂ ਸਾਈਡਸ ਨੇ, ਉਹਨਾਂ ਨੂੰ ਜੋੜਿਆ ਕਿਹਦੇ ਨਾਲ ਗਿਆ, ਉਹਨਾਂ ਨੂੰ ਯੂਨੀਵਰਸਲ ਜੁਆਇੰਟਸ ਦੇ ਨਾਲ ਜੋੜਿਆ ਗਿਆ। ਇਫ ਦੇਅਰ ਇਜ਼ ਲੌਂਗ ਡਿਸਟੈਂਸ ਬਿਟਵੀਨ ਟਰਾਂਸਮਿਸ਼ਨ ਐਂਡ ਰੀਅਰ ਐਕਸਲ, that is if the propeller shaft is very long, there is center bearing which support the shaft at the middle। ਕਹਿੰਦੇ ਜੇ ਤੇ ਡਿਸਟੈਂਸ ਹੋਵੇ ਘੱਟ ਗੀਅਰ ਬਾਕਸ ਤੇ ਰੀਅਰ ਐਕਸਲ ਦੇ ਵਿੱਚ, ਫਿਰ ਤੇ ਕੋਈ ਲੋੜ ਨਹੀਂ ਸਾਨੂੰ ਸਪੋਰਟ ਦੀ। ਬਟ ਜੇ ਡਿਸਟੈਂਸ ਜ਼ਿਆਦਾ ਹੋਵੇ, ਪ੍ਰੋਪੈਲਰ ਸ਼ਾਫਟ ਜ਼ਿਆਦਾ ਲੰਬੀ ਹੋ ਜਾਵੇ, ਫਿਰ ਸਾਨੂੰ ਸੈਂਟਰ 'ਤੇ ਇੱਕ ਬੇਅਰਿੰਗ ਲਗਾਉਣਾ ਪੈਂਦਾ ਜਿਹੜਾ ਕਿ ਸਪੋਰਟ ਕਰਦਾ ਹੈ। ਇੱਦਾਂ ਸਪੋਰਟ ਦੇਣ ਦੇ ਲਈ ਨਾ ਇੱਕ ਚੀਜ਼ ਲਗਾਉਣੀ ਪੈਂਦੀ ਹੈ, ਉਹਨੂੰ ਆਪਾਂ ਇੰਜਨ ਦੀ ਚੈਸੀ, ਆਪਣੇ ਵਹੀਕਲ ਦੀ ਚੈਸੀ ਦੇ ਨਾਲ ਜੋੜ ਦਿੰਦੇ ਹਾਂ ਤਾਂ ਜੋ ਉਹਨੂੰ ਸਪੋਰਟ ਮਿਲਦੀ ਰਹੇ। ਉਹ ਸਿਰਫ ਤਾਂ ਜਦੋਂ ਪ੍ਰੋਪੈਲਰ ਸ਼ਾਫਟ ਜ਼ਿਆਦਾ ਲੰਬੀ ਹੋਵੇ। ਸੋ ਇਹ ਸੀਗਾ ਤੁਹਾਡਾ ਅੱਜ ਦਾ ਟੌਪਿਕ, ਜਿਹਦੇ 'ਚ ਅਸੀਂ ਸਟੱਡੀ ਕੀਤਾ ਡਰਾਈਵ ਲਾਈਨ, ਯੂਨੀਵਰਸਲ ਜੁਆਇੰਟ ਅਤੇ ਪ੍ਰੋਪੈਲਰ ਸ਼ਾਫਟ। ਬਾਕੀ ਅਸੀਂ ਨੈਕਸਟ ਲੈਕਚਰ ਸਟੱਡੀ ਕਰਦੇ ਹਾਂ।